ਪੰਜਵਾਂ ਕੁਐਸਚਨ ਕਹਿੰਦਾ 8 ਵੱਡੇ ਸਫੇਅਰ ਸੀਗੇ ਜਿਨ੍ਹਾਂ ਦਾ ਰੇਡੀਅਸ ਸੀਗਾ 2 ਮਿਲੀਮੀਟਰ। ਛੋਟੇ ਸੀ, ਸੌਰੀ, ਕਿੰਨੇ ਸੀ? 8 ਸੀ, 8। ਕਹਿੰਦਾ ਇਹਨਾਂ ਨੂੰ ਪਿਘਲਾ ਕੇ ਇੱਕ ਸਿੰਗਲ ਸਫੇਅਰ ਬਣਾਉਣਾ ਹੈ। ਦੱਸੋ ਉਹ ਸਫੇਅਰ ਦਾ ਰੇਡੀਅਸ ਕਿੰਨਾ ਹੋਊਗਾ। ਕਰਨਾ ਕੀ ਆ, ਆਪਾਂ 2 ਮਿਲੀਮੀਟਰ ਰੇਡੀਅਸ ਦਿੱਤਾ ਹੈ, ਇਹਦੀ ਵੋਲਿਊਮ ਕੱਢ ਲਾਂਗੇ, ਗੁਣਾ 8 ਕਰ ਦਿਓ, ਕਿਉਂਕਿ ਕਿੰਨੇ ਇਹ 8 ਹੈ। ਯਾਨੀ ਕਿ ਜਿਹੜੀ ਹੁਣ 8 ਨਾਲ ਗੁਣਾ ਕਰਕੇ ਵੋਲਿਊਮ ਆਊਗੀ ਉਹ ਉਸ ਵੱਡੇ ਸਫੇਅਰ ਦੀ ਆਊਗੀ। ਠੀਕ ਹੈ, ਤੇ ਉਹਦੀ ਵੋਲਿਊਮ ਦੇ ਆਪਾਂ ਬਰਾਬਰ ਰੱਖ ਕੇ ਫਾਰਮੂਲਾ ਲਾ ਕੇ ਆਰ ਨੂੰ ਆਰ ਰੱਖ ਕੇ ਆਰ ਦਾ ਪਤਾ ਲੱਗ ਜੂਗਾ। ਕਰਕੇ ਦੇਖੋ, ਮੱਥਾ ਮਾਰੋ, ਮੈਂ ਇੱਥੇ ਕਰਾਉਣ ਲੱਗੇ ਨੇ ਸਵਾਲ। रेडियस हैगा 2 मिलीमीटर है किन्ने ਇਹ 8 बॉल्स है। ਇਹਨਾਂ ਨੂੰ ਪਿਘਲਾ ਕੇ ਇੱਕ ਵੱਡੀ ਗੇਂਦ ਬਣਾਉਣੀ ਹੈ। ਪਹਿਲਾਂ ਆਪਾਂ ਇੱਕ ਦੀ ਵੋਲਿਊਮ ਕੱਢਾਂਗੇ, 4/3 ਗੁਣਾ ਪਾਈ ਗੁਣਾ r ਦਾ ਕਿਊਬ। ਆ ਇੱਕ ਦੀ ਵੋਲਿਊਮ ਆ ਗਈ, ਪਰ ਆਪਣੇ ਕੋਲੇ ਕਿੰਨੀ ਹੈ ਇਹ? ਆਪਣੇ ਕੋਲੇ ਤਾਂ 8 ਹੈ, ਗੁਣਾ ਆਪਾਂ 8 ਕਰ ਦਾਂਗੇ, ਯਾਨੀ 8 ਦੀ ਵੋਲਿਊਮ ਆ ਗਈ। ਠੀਕ ਹੈ, 8 ਨੂੰ ਪਿਘਲਾ ਕੇ ਇੱਕ ਬਣਾਇਆ, ਯਾਨੀ ਕਿ ਬੱਲਿਆ ਇਹ ਇਸ ਇੱਕ ਦੀ ਵੋਲਿਊਮ ਹੀ ਹੈ। ਪਤਾ ਲੱਗ ਗਿਆ? ਠੀਕ ਹੈ, ਕਿਉਂਕਿ ਉਸ ਇੱਕ ਦੀ ਵੋਲਿਊਮ ਉਹਨਾਂ 8 ਦੇ ਬਰਾਬਰ ਹੀ ਆਊਗੀ। ਇਹਨੂੰ ਤੁਸੀਂ ਕਰਕੇ ਦੇਖੋ ਕੀ ਬਣਦਾ। ਇਹ ਕਟਿੰਗ ਕੁਟਿੰਗ ਕਰਕੇ ਤੇ ਬਰਾਬਰ ਰੱਖ ਦਿਓ 4/3 ਪਾਈ r ਕਿਊਬ ਦੇ। ਸਮਝ ਆ ਰਿਹਾ ਕਿ ਨਹੀਂ ਆਇਆ? ਦੇਖ ਲਓ ਕਰਨਾ ਕੀ ਹੈ। ਆ ਵੱਡੇ ਦੀ ਵੋਲਿਊਮ ਹੈ, ਆ ਛੋਟੇ ਦੀ ਹੈ, ਆ 8 ਦੀ ਹੈ। ਕਹਿੰਦਾ 8 ਦੀ ਵੋਲਿਊਮ ਇੱਕ ਵੱਡੇ ਦੇ ਬਰਾਬਰ ਹੈ, ਤਾਂ ਮੈਂ ਇੱਕ ਵੱਡੇ ਦੀ ਵੋਲਿਊਮ 8 ਨਾਲ ਗੁਣਾ ਕਰਕੇ ਰੱਖਤੀ। ਹੁਣ ਮੇਰੇ ਕੋਲੇ ਕੰਮ ਸੌਖਾ ਹੋ ਗਿਆ, 4/3 ਕੱਟਿਆ ਗਿਆ, ਪਾਈ ਨਾਲ ਪਾਈ ਕੱਟਿਆ ਗਿਆ, ਮੇਰੇ ਕੋਲ ਕੀ ਬਚ ਗਿਆ? r ਕਿਊਬ ਬਰਾਬਰ ਆ ਚੀਜ਼ ਬਚ ਗਈ। ਠੀਕ, 2 ਗੁਣਾ 2 ਗੁਣਾ 2 ਗੁਣਾ 8, 8 ਦੂਣੀ 16, 32, 64, ਯਾਨੀ ਕਿ r ਕਿੰਨੀ ਆ ਗਈ? 4 ਆ ਗਈ। ਰੇਡੀਅਸ ਆਪਾਂ ਨੂੰ ਪਤਾ ਲੱਗ ਗਿਆ, ਆਪਾਂ ਨੂੰ ਕੁਝ ਕਰਨਾ ਹੀ ਨਹੀਂ ਪਿਆ ਇਸ ਸਵਾਲ ਦਾ, ਬਰਾਬਰ ਰੱਖ ਲਿਆ ਆਪਾਂ ਸਿੱਧਾ। ਠੀਕ ਹੈ, ਤੇ ਮੜਾ ਜਾ ਆ ਸਫੇਅਰ 1 ਹੈ, ਆ ਸਫੇਅਰ 2 ਹੈ। ਇੱਕ ਦੀ ਵੋਲਿਊਮ ਹੋ ਗਈ 4/3 ਪਾਈ r ਕਿਊਬ, ਦੂਜੇ ਦੀ 4/3 ਪਾਈ r ਕਿਊਬ ਗੁਣਾ 27। ਪਤਾ ਲੱਗ ਗਿਆ? ਉਹਨਾਂ ਦੇ ਰੇਡੀਅਸ ਦੀ ਰੇਸ਼ੀਓ ਲੱਭਣੀ ਆ ਆਪਾਂ। ਐਕਚੁਅਲ ਦੇ ਵਿੱਚ ਆ r1 ਤੇ ਆ ਹੈਗਾ r2। ਠੀਕ ਹੈ, 4/3 ਇਹਨੂੰ ਆਪਾਂ ਬਰਾਬਰ ਰੱਖਤਾ, ਜਦੋਂ 27 ਨਾਲ ਗੁਣਾ ਕਰਿਆ ਤਾਂ ਬਰਾਬਰ ਹੀ ਆ ਗਿਆ। ਆ ਮਾਰਕਰ ਤਾਂ ਬਹੁਤ ਵਧੀਆ, ਆ ਕੱਟਿਆ ਗਿਆ, ਪਾਈ। ਠੀਕ ਹੈ, ਆਪਣੇ ਕੋਲ ਕੀ ਆ ਗਿਆ? 1 r1 ਕਿਊਬ ਬਰਾਬਰ ਹੈ 27 r2 ਕਿਊਬ। ਠੀਕ ਹੈ, ਹੁਣ ਆਪਣੇ ਕੋਲ ਰੇਸ਼ੀਓ ਕਿੰਨੀ ਆਊਗੀ ਦੱਸੋ ਬੱਲਿਆ? r1 ਤਾਂ ਆ ਜਾਊਗਾ 27 ਤੇ r2 ਦਾ ਕਿਊਬ ਆ ਜਾਊਗਾ 1, ਯਾਨੀ ਕਿ r1 ਕੱਲਾ ਤੇ r2 ਕੱਲਾ ਆ ਗਿਆ 3:1। ਹੁਣ ਤੁਸੀਂ ਦੇਖੋ ਇੱਥੋਂ ਤੱਕ ਸਮਝ ਆਇਆ? ਉਸ ਤੋਂ ਬਾਅਦ ਪਤਾ ਕੀ ਹੁੰਦਾ, ਜਿਹੜੀ ਚੀਜ਼ ਇਹਦੇ ਸਾਹਮਣੇ ਹੋਊਗੀ ਉਹ ਇਹਦੀ ਹੋਊਗੀ। r1 ਦੇ ਸਾਹਮਣੇ ਤਾਂ 27 ਹੈ, ਤਾਂ ਮੈਂ r1 ਦੇ ਥੱਲੇ 27 ਲਿਖਤਾ, r1 ਹੈ 27। ਕਈ ਲੋਕ ਇਹਨੂੰ 1:3 ਵੀ ਲਿਖ ਸਕਦੇ ਆ, ਉਹ ਗਲਤ ਹੈ। ਠੀਕ ਹੈ, ਇਹ ਆਪਾਂ ਰੇਸ਼ੀਓ ਵਾਲੇ ਚੈਪਟਰ 'ਚ ਕਰਿਆ ਸੀ ਪਿਛਲੇ ਸਮੈਸਟਰ 'ਚ। ਜਦੋਂ ਮੰਨ ਲਓ ਆ ਚੀਜ਼ ਬਣ ਗਈ, ਜਿਵੇਂ ਇੱਥੇ ਮੈਂ ਲਿਖ ਦਿੰਦਾ 5x ਬਰਾਬਰ ਹੈ 9y। ਹੁਣ ਰੱਖ ਜਾਓ, ਜਿਹਨੂੰ ਪੁੱਛੂਗਾ ਉਹੀ ਬੋਲੂਗਾ। ਆ ਚੀਜ਼ ਦੇਖੀ ਨਾ ਮੈਥ 'ਚ ਕਿਤੇ ਨਾ ਕਿਤੇ, 5x ਬਰਾਬਰ 9y। ਤਾਂ ਤੁਸੀਂ ਇਹ ਦੱਸੋ ਬਾਵਿਨ ਜੀ, ਇਹਨਾਂ 'ਚੋਂ x ਕਿੰਨਾ ਹੈ? 9। x 9 ਹੈ। ਜਿਹੜੀ ਚੀਜ਼ ਜਿਹਦੇ ਸਾਹਮਣੇ ਆ ਉਹਦੀ ਹੈ, ਬਾਕੀ ਜਿਹੜਾ ਕੋਈ ਰਹਿ ਗਿਆ ਬਸ। ਪਤਾ ਲੱਗ ਗਿਆ? ਇਸੇ ਤਰੀਕੇ ਨਾਲ r1 27 ਹੈ, r1 ਦਾ ਕਿਊਬ ਰੂਟ 3 ਹੋ ਗਿਆ। ਰੇਸ਼ੀਓ 3:1 ਹੈ, ਨਾ ਕਿ 1:3। ਠੀਕ ਹੈ, ਅਗਲੇ ਸਵਾਲ ਤੇ ਆ ਜਾਓ। ਇਹਨੂੰ ਕਰਨਾ ਨੋਟ ਤਾਂ ਕਰ ਲਓ। ਸਰਫੇਸ ਏਰੀਆ ਤਾਂ ਵੀ ਇਹਦੇ 'ਚ ਸਰਫੇਸ ਏਰੀਆ ਵੀ ਲੱਭਣਾ ਹੈ। ਹਾਂ, ਸਰਫੇਸ ਏਰੀਆ ਦੀ ਰੇਸ਼ੀਓ ਵੀ ਲੱਭਣੀ ਹੈ ਭਾਈ ਆਪਾਂ, ਉਹ ਵੀ ਆਪਾਂ ਕਰਦੇ ਹਾਂ। ਉਹਨੇ ਇਹਨੂੰ ਤਾਰ ਲਓ ਛੇਤੀ। ਦੇਖਾਂਗੇ ਸਰਫੇਸ ਏਰੀਆ ਦੀ ਰੇਸ਼ੀਓ ਕੌਣ ਸਹੀ ਦੱਸਦਾ ਹੈ। ਇਹ ਵਧੀਆ ਸਵਾਲ ਹੈ। ਇੱਕ ਮਿੰਟ, ਗੁਰਵੀਰ ਨੇ ਕੀਤਾ? ਇੱਕ ਮਿੰਟ ਦੇਖੋ ਯਾਰ ਕੀ ਹੈ। ਆ ਦੇਖੋ, ਆ ਸਫੇਅਰ 1 ਹੈ,
ਆ ਸਫੇਅਰ 2 ਹੈ, ਠੀਕ ਹੈ। ਇਹਦੀ ਸਰਫੇਸ ਏਰੀਆ ਦਾ ਫਾਰਮੂਲਾ ਹੋਊਗਾ 4 ਪਾਈ r1 ਦਾ ਸਕੁਅਰ, ਇਹਦਾ ਹੋਊਗਾ 4 ਪਾਈ r2 ਦਾ ਸਕੁਅਰ। ਆ ਰੇਸ਼ੀਓ ਪਤਾ ਮੈਂ, ਯਾਦ ਕਰੋ ਇਹਦੋਂ ਪਿਛਲੇ ਸਟੈਪ 'ਚ ਆਪਾਂ r1 ਦੀ ਰੇਸ਼ੀਓ ਕਿੰਨੀ ਕੱਢੀ ਸੀ 3, r2 ਦੀ ਰੇਸ਼ੀਓ 1, r1 ਦੀ ਥਾਂ ਤੇ 3 ਪਾ ਦਿਓ, ਆ ਪਾਤਾ ਆਪਾਂ 3 ਦਾ ਸਕੁਅਰ, r2 ਦੀ ਥਾਂ ਤੇ 1 ਪਾ ਦਿਓ 1 ਦਾ ਸਕੁਅਰ, ਨਾਲ 4 ਪਾਈ ਪਾ ਦਿਓ, 4 ਪਾਈ ਦਾ ਕੱਟਿਆ ਜਾਊਗਾ ਭਾਈ। ਆ ਬਣ ਗਿਆ 9 ਤੇ ਆ ਬਣ ਗਿਆ 1, 9 ਰੇਸ਼ੀਓ 1 ਆ ਗਿਆ। ਪਤਾ ਲੱਗ ਗਿਆ? ਇਹ ਹੈ ਸਰਫੇਸ ਏਰੀਆ ਦੀ ਰੇਸ਼ੀਓ। ਤਾਰ ਲਓ ਇਹਨੂੰ। ਵਿਜ਼ੀਬਿਲਟੀ ਠੀਕ ਆ ਹੁਣ? ਅਗਲਾ ਢਾ ਦਈਏ ਇਹਨੂੰ। ਅਗਲਾ ਦੇਖਦੇ ਆ, ਪਹਿਲਾਂ ਰਕਮ ਪੜੋ, ਅਗਲਾ ਬੜਾ ਜ਼ਰੂਰੀ ਹੈ, ਰਕਮ ਪੜ੍ਹਨੀ ਜ਼ਰੂਰੀ ਹੈ ਅਗਲੇ ਦੀ। ਦੇਖੋ ਕੀ ਲਿਖਿਆ, ਕਹਿੰਦਾ ਇਫ ਦਾ ਨੰਬਰ ਆਫ ਸਕੁਅਰ ਸੈਂਟੀਮੀਟਰ ਔਨ ਸਰਫੇਸ ਆਫ ਸਫੇਅਰ, ਕਹਿੰਦਾ ਸਕੁਅਰ ਸੈਂਟੀਮੀਟਰ ਦਾ ਜਿੰਨਾ ਵੀ ਨੰਬਰ ਹੈ ਸਫੇਅਰ ਦੀ ਸਰਫੇਸ ਦੇ ਉੱਤੇ ਉਹ ਬਰਾਬਰ ਹੋ ਜੇ ਕਿਊਬਿਕ ਸੈਂਟੀਮੀਟਰ ਦੇ, ਠੀਕ ਹੈ। ਬੱਲਿਆ ਸਕੁਅਰ ਸੈਂਟੀਮੀਟਰ ਦਾ ਕੀ ਮਤਲਬ ਹੁੰਦਾ ਵੀ ਇਹ ਸਰਫੇਸ ਏਰੀਆ ਹੈ, ਤੇ ਕਿਊਬਿਕ ਸੈਂਟੀਮੀਟਰ ਦਾ ਕੀ ਮਤਲਬ ਹੁੰਦਾ ਵੀ ਇਹ ਵੋਲਿਊਮ ਹੈ। ਯਾਨੀ ਕਿ ਜਿਹੜਾ ਹੁਣ ਸਫੇਅਰ ਦਿੱਤਾ ਹੈ ਇਹਦਾ ਕਾਕਾ ਜੀ ਜਿਹੜਾ ਸਰਫੇਸ ਏਰੀਆ ਤੇ ਵੋਲਿਊਮ ਬਰਾਬਰ ਹੈ, ਉਹ ਕੀ ਹੈ ਬਰਾਬਰ। ਤੁਸੀਂ ਇੱਥੋਂ ਕੈਚ ਕਰਨੀ ਹੈ ਗੱਲ, ਜਿੱਥੇ ਸਕੁਅਰ ਸੈਂਟੀਮੀਟਰ ਆ ਉਹ ਸਰਫੇਸ ਏਰੀਆ ਹੁੰਦਾ ਹੈ, ਕਿਊਬਿਕ ਸੈਂਟੀਮੀਟਰ ਕੀ ਹੁੰਦੀ ਹੈ ਵੋਲਿਊਮ। ਤੁਸੀਂ ਕੀ ਕਰੋ, ਸਰਫੇਸ ਏਰੀਆ ਤੇ ਵੋਲਿਊਮ ਦਾ ਫਾਰਮੂਲਾ ਰੱਖ ਦਿਓ ਬਰਾਬਰ। ਆ ਹੁੰਦਾ ਹੈ ਸਰਫੇਸ ਏਰੀਆ, ਆ ਹੁੰਦੀ ਹੈ ਵੋਲਿਊਮ। ਸਰਫੇਸ ਏਰੀਆ ਹੁੰਦਾ 4 ਪਾਈ r ਸਕੁਅਰ, ਵੋਲਿਊਮ 4/3 ਪਾਈ r ਕਿਊਬ, ਬਰਾਬਰ ਰੱਖਤੀਆਂ ਮੈਂ। ਆ ਚੱਕੋ, ਠੀਕ ਹੈ। 4 ਪਾਈ ਕੱਟਿਆ ਜਾਊਗਾ। ਪਹਿਲਾਂ ਚਲੋ ਇਹਨੂੰ ਨਾ ਸੈਟਿੰਗ ਜੀ ਕਰਕੇ ਲਿਖ ਦਿਓ। ਇਹਨੇ ਪੁੱਛਿਆ ਕੀ ਹੈ, ਇਹਦਾ ਡਾਇਆਮੀਟਰ ਕਿੰਨਾ, ਕੀ ਪੁੱਛ ਲਿਆ ਇਹਨਾਂ ਨੇ, ਇਹਦਾ ਡਾਇਆਮੀਟਰ ਪੁੱਛ ਲਿਆ। ਹੁਣ ਤੁਸੀਂ ਕੀ ਕਰੋ ਕਾਕਾ, r ਕਿਊਬ ਜਿਹੜੀ ਇਧਰਲੇ ਪਾਸੇ ਲਿਖੀ ਹੈ ਇਹਨੂੰ ਆਹੀ ਲਿਖੀ ਰਹਿਣ ਦਿੱਤਾ। ਜਿਹੜੀ ਆ r ਸਕੁਅਰ ਹੈ ਇਹਦੇ ਕਰਤੀ ਥੱਲੇ, ਕਿਉਂਕਿ ਮੈਨੂੰ ਦਿਸ ਗਿਆ ਵੀ ਇਹ ਕੱਟਿਆ ਜਾਊਗਾ। ਫਿਰ ਕਾਕਾ ਜੀ ਕੀ ਕਰਿਆ ਆਪਾਂ, ਆ 4 ਪਾਈ ਇੱਥੇ ਲਿਖਿਆ ਪਿਆ ਸੀ, ਇਹਦੇ ਥੱਲੇ ਕਰਤਾ 4/3 ਪਾਈ। ਕੀ ਕਰਤਾ ਇਹਦੇ ਥੱਲੇ 4/3 ਪਾਈ। ਮੈਂ ਤੁਹਾਨੂੰ ਦੱਸਿਆ ਸੀ ਬਟੇ ਦੇ ਥੱਲੇ ਜਦੋਂ ਬਟਾ ਹੋਵੇ ਤਾਂ ਨਿਚਲੇ ਵਾਲਾ ਬਟਾ ਉੱਪਰ ਚਲਾ ਜਾਂਦਾ ਤੇ ਗੁਣਾ ਹੋ ਜਾਂਦਾ ਹੈ। ਆ ਚੱਕੋ, ਓਕੇ ਹੋ ਗਿਆ ਇੱਥੋਂ ਤੱਕ। ਹੁਣ ਮੈਨੂੰ ਦਿਸੀ ਜਾਂਦਾ ਵੀ ਨਾਲੇ ਤਾਂ ਆ ਕੱਟਿਆ ਜਾਊਗਾ, ਨਾਲੇ ਆ ਕੱਟਿਆ ਗਿਆ। ਦੋ ਆਰਾਂ ਨਾਲ ਕੱਟੀਆਂ ਗਈਆਂ, ਇਕੱਲੀ ਆਰ ਰਹਿ ਗਈ। ਤੇ ਆਰ ਕਿੰਨੀ ਆ ਗਈ ਆਪਣੇ ਕੋਲੇ 3। ਆਰ ਹੀ ਪੁੱਛੀ ਆਪਣੇ ਤੋਂ। ਪਤਾ ਲੱਗ ਗਿਆ, ਸਵਾਲ ਸਮਝ ਆਇਆ? ਤਰੀਕੇ ਨਾਲ ਕਰਾਂਗੇ ਤਾਂ ਈਜ਼ੀ ਹੈ, ਸਾਰਿਆਂ ਨਾਲੋਂ ਈਜ਼ੀ ਐਕਸਰਸਾਈਜ਼ ਹੈ। ਤੇ ਜੇ ਡਾਇਆਮੀਟਰ ਪੁੱਛਿਆ ਗੁਣਾ 2 ਕਰ ਦਿਓ ਭਾਈ, 6 ਆ। ਡਾਇਆਮੀਟਰ ਪੁੱਛਿਆ, ਰੇਡੀਅਸ ਨਹੀਂ ਪੁੱਛਿਆ, ਗੁਣਾ 2 ਕਰ ਦਿਓ, 6 ਆ ਗਿਆ। ਸਵਾਲ ਦੁਬਾਰੇ ਸਮਝਣਾ ਕਿਸੇ ਨੇ? 8ਵਾਂ ਦੇਖਦੇ ਹਾਂ, ਇਹਨੂੰ ਉਤਾਰ ਲਓ, ਫਿਰ 8ਵੀਂ ਰਕਮ ਸਮਝਾਂਗੇ। ਸਮਝ ਆ ਰਿਹਾ ਗੁਰਸ਼ਾਨ ਤੇਰੇ? 8ਵਾਂ ਕੀ ਹੈ, ਕਹਿੰਦਾ ਇੱਕ ਸੋਲਿਡ ਸਫੇਅਰ ਹੈ, ਉਹਨੂੰ ਵਿਚਾਲਿਓਂ ਕੱਟਿਆ 2 ਬਰਾਬਰ ਹਿੱਸਿਆਂ ਦੇ ਵਿੱਚ। ਡਾਇਆਮੀਟਰ ਆਫ ਦਾ ਸਫੇਅਰ ਹੈ ਜਿਹੜਾ ਉਹ ਹੈਗਾ 3.5। ਡਾਇਆਮੀਟਰ ਕਿੰਨਾ ਬੱਲਿਆ 3.5। ਟੋਟਲ ਸਰਫੇਸ ਏਰੀਆ ਆਫ ਈਚ ਪਾਰਟ ਲੱਭੋ ਕਰੈਕਟ ਟੂ 2 ਡੈਸੀਮਲ ਪਲੇਸਿਸ। ਕਰੈਕਟ ਟੂ 2 ਡੈਸੀਮਲ ਪਲੇਸਿਸ। ਹੁਣ ਦੱਸੋ ਇਹ ਹੋਊਗਾ ਕਿ ਨਹੀਂ? ਈਚ ਦਾ ਮਤਲਬ ਕੀ ਹੈ ਵੀ ਕੱਲੇ ਕੱਲੇ ਦਾ। ਆਪਣੇ ਵਾਸਤੇ ਉਹ ਇੱਕ ਹੈਮੀਸਫੇਅਰ ਬਣ ਗਿਆ। ਹੁਣ ਕੀ ਬਣ ਗਿਆ? ਹੈਮੀਸਫੇਅਰ। ਤੇ ਹੈਮੀਸਫੇਅਰ ਦਾ ਟੋਟਲ ਸਰਫੇਸ ਏਰੀਆ ਮੈਂ ਤੁਹਾਨੂੰ ਕੱਲ ਲਿਖਾਇਆ, ਕੱਲ ਜਾਂ ਪਰਸੋਂ। ਚੈੱਕ ਕਰੋ ਕੀ ਹੁੰਦਾ ਹੈ। ਹਾਂ 3 ਪਾਈ r ਸਕੁਅਰ ਹੈ। ਵੈਲਿਊ ਪੁੱਟ ਕਰੋ, ਆਨਸਰ ਆਪਣੇ ਸਾਹਮਣੇ ਹੈ। r ਆਪਣੇ ਕੋਲੇ ਆ ਜੂਗੀ 3.5 ਦਾ ਵੀ ਗਾਂ ਹਾਫ। ਨਾਲ ਮੈਂ ਇੱਥੇ ਕਰਦਾ, ਜੇ ਨਾ ਹੋਇਆ ਤਾਂ ਇੱਥੋਂ ਦੇਖੀ ਚੱਲਿਓ। ਆਪਾਂ ਨੂੰ ਡਾਇਆਮੀਟਰ ਦੇਤਾ 3.5, ਇਹ ਬਣ ਗਿਆ 3 ਦੂਣੀ 6, 7/2 ਤੇ ਰੇਡੀਅਸ ਬਣ ਗਿਆ 7/4। ਇਹ ਰੇਡੀਅਸ ਬਣ ਗਿਆ। ਉਹ ਬੰਦੇ ਨੇ ਇੱਕ ਸਫੇਅਰ ਨੂੰ 2 ਭਾਗਾਂ 'ਚ ਕੱਟਿਆ ਸੀਗਾ।
यानी कि ਹੈਮੀਸਫੇਅਰ ਦਾ ਆਪਾਂ ਨੂੰ ਟੋਟਲ ਪੁੱਛਦਾ। ਟੋਟਲ ਦਾ ਫਾਰਮੂਲਾ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ 3 ਪਾਈ ਆਰ ਸਕੁਅਰ 3 ਗੁਣਾ 22/7 ਗੁਣਾ 7/4 ਗੁਣਾ 7/4। ਬਸ ਜਵਾਕਾਂ ਵਾਲਾ ਸਵਾਲ ਹੈ। दो सौ 31/8 इन्ना ही है। अठाई पॉइंट कुछ आऊगा 28.8 आ गया। ठीक है, 2 डेसिमल प्लेस पूछया ਤਾਂ ਪਿੱਛੇ ਹੋਰ ਕੀ 8 ਇੱਕ ਹੋਰ ਚੱਕੋ। ਸਾਰਿਆਂ ਦਾ ਹੋ ਗਿਆ। ਸੌਖਾ ਵਾਲਾ ਸਵਾਲ ਸੀ ਇਹ। ਭਾਵੇਂ ਨਹੀਂ ਸਮਝ ਆਏਗਾ ਕਾਕਾ ਜੀ। 231 ਆਊਗਾ ਇੱਥੇ, ਸਹੀ ਲਿਖੋ ਉਹਨੂੰ। ਤੇਰੇ ਸਮਝ ਆਏਗਾ ਕਾਕਾ? ਗੁਰਸ਼ਾਨ ਅਗਲੀ ਰਕਮ ਪੜੋ। ਡਾਇਆਮੀਟਰਸ ਦੇ ਰੱਖੇ ਆ 21 ਅਤੇ 28, ਯਾਨੀ ਕਿ ਇੰਟਰਨਲ ਰੇਡੀਅਸ ਹੋਊਗਾ 21/2, ਐਕਸਟਰਨਲ ਰੇਡੀਅਸ ਹੋਊਗਾ 28/2। ਠੀਕ ਹੈ। ਪੁੱਛਦਾ ਕੀ ਹੈ? ਇਨਰ ਕਰਵਡ ਸਰਫੇਸ ਏਰੀਆ। ਇਹ ਸਫੇਅਰ ਹੈ ਤੇ ਸਫੇਅਰ ਦਾ ਆਪਣੇ ਕੋਲੇ ਕੀ ਹੁੰਦਾ ਸੀ? ਕਰਵਡ ਸਰਫੇਸ ਏਰੀਆ ਕਾਕਾ ਜੀ ਦੱਸੋ। ਹੈਮੀਸਫੇਅਰ ਹੈ, ਸੌਰੀ ਹੈਮੀਸਫੇਅਰ ਹੈ ਤਾਂ ਰਕਮ 'ਚ ਇਹ ਹੈਮੀਸਫੇਅਰ ਹੈ। ਸਿੰਪਲ ਹੁੰਦਾ ਸੀ 2 ਪਾਈ ਆਰ ਸਕੁਅਰ। 2 ਪਾਈ ਆਰ ਸਕੁਅਰ ਵੈਲਿਊ ਪੁੱਟ ਕਰੋ, ਆਨਸਰ ਤੁਹਾਡੇ ਕੋਲੇ ਆ। ਫਿਰ ਐਕਸਟਰਨਲ ਦੱਸਣਾ ਹੋਊਗਾ। ਐਕਸਟਰਨਲ 'ਚ ਆਪਾਂ ਬਾਹਰਲਾ ਰੇਡੀਅਸ ਲੈਣਾ ਹੋਊਗਾ। ਮੈਂ ਇੱਥੇ ਕਰਦਾ ਨਾਲ ਨਾਲ, ਜੇ ਨਾ ਹੋਇਆ ਇੱਥੋਂ ਦੇਖ ਲਿਓ। ਇੱਥੋਂ ਦੇਖ ਲਓ ਯਾਰ, ਗੱਲਾਂ ਨਾ ਕਰੋ। ਇੰਟਰਨਲ ਡਾਇਆਮੀਟਰ ਇੱਕ ਦਾ ਹੈਗਾ 21, ਐਕਸਟਰਨਲ ਹੈਗਾ ਹੈ 28। ਛੋਟੀ ਆਰ ਆ ਗਈ 21/2, ਵੱਡੀ ਆਰ ਆ ਗਈ 14। ਠੀਕ ਹੈ। ਇੰਟਰਨਲ CSA ਕੀ ਹੋਊਗਾ? 2 ਪਾਈ ਆਰ ਸਕੁਅਰ। ਐਕਸਟਰਨਲ ਕੀ ਹੋਊਗਾ? 2 ਪਾਈ ਆਰ ਸਕੁਅਰ। ਦੇਖੋ ਆਹੀ ਕੁਛ ਕੀਤਾ ਤੁਸੀਂ ਵੀ। ਆ ਇੰਟਰਨਲ ਹੈ ਛੋਟੀ ਆਰ, ਆ ਐਕਸਟਰਨਲ ਹੈ ਵੱਡੀ ਆਰ, ਕਿਉਂਕਿ ਬਾਹਰ ਲਾ ਸੀਗਾ। ਆ ਕਰਵਡ ਸਰਫੇਸ ਆ ਜਾਊਗਾ, ਕੋਈ ਆ ਜਾਊਗਾ। ਆਨਸਰ ਆਪਾਂ ਲਿਖਣਾ 33 ਗੁਣਾ 21 ਜਿੰਨਾ ਵੀ ਇੱਥੇ ਆ ਗਿਆ। ਠੀਕ ਹੈ। ਉਦੋਂ ਬਾਅਦ 44 ਗੁਣਾ 28 ਜਿੰਨਾ ਵੀ ਇੱਥੇ ਆ ਗਿਆ। ਇਹ 2 ਪਾਰਟ ਹੋ ਗਏ ਇਸ ਕੁਐਸਚਨ ਦੇ। ਉਦੋਂ ਬਾਅਦ 'ਚ ਇਹ ਪੁੱਛਦੇ ਹੈ ਆਪਾਂ ਨੂੰ ਟੋਟਲ ਸਰਫੇਸ ਏਰੀਆ। ਹੁਣ ਤੁਸੀਂ ਇਹਦਾ ਟੋਟਲ ਸਰਫੇਸ ਏਰੀਆ ਦੱਸੋ ਕੀ ਹੋਊਗਾ ਭਾਈ। ਇੱਥੇ ਮੈਂ ਲਿਖਣ ਜਾਊਂਗਾ ਇਹਦਾ ਫਾਰਮੂਲਾ। ਪਹਿਲਾਂ ਆਹ ਪਾਰਟ ਸਮਝ ਆ ਗਿਆ ਸਾਰਿਆਂ ਦੇ? ਕਿਸੇ ਨੇ ਪੁੱਛਣਾ ਇਹਦੇ 'ਚ ਕੁਛ? ਲਾਪਰੀ ਦੇ ਰੇਡੀਅਸ 2 ਹਨ ਇਹਦੇ 'ਚ ਆਪਣੇ ਕੋਲੇ। 2 ਪਾਈ ਆਰ ਸਕੁਅਰ प्लस 2 पाई आर स्क्वायर प्लस पाई आर स्क्वायर माइनस आर स्क्वायर आ होगा ਇਹਦਾ टोटल सरफेस एरिया ਹੈਮੀਸਫੇਅਰ ਦਾ। ठीक है। नहीं वो ਹੈਮੀਸਫੇਅਰ ਜਿਹੜਾ ਤੂੰ ਕਹਿ ਰਿਹਾ ਨਾ, ਉਹਦੇ 'ਚ ਰੇਡੀਅਸ 2 ਨਹੀਂ ਹੁੰਦੇ। ਇਹ ਰੇਡੀਅਸ ਕਿੰਨੇ ਆ? 2। ठीक है। ਕਰੋ ਇਹਨੂੰ। टोटल सरफेस एरिया 3 पाई आर स्क्वायर। ਉਹ ਸਿੰਪਲ ਹੈਮੀਸਫੇਅਰ ਹੈ, ਹੋਲੋ ਆ। ਹੋਲੋ ਰੇਡੀਅਸ 2 ਹੈ ਭਾਈ। ਇਹਦੇ 'ਚ ਦੇਖੋ ਆਹ ਦਾ ਵੱਡੇ ਦਾ ਹੋ ਗਿਆ ਯਾਰ, ਆਹ ਛੋਟੇ ਦਾ ਹੋ ਗਿਆ। ਤੇ ਹੈਮੀਸਫੇਅਰ ਵੀ ਦੇਖੋ ਐਂ ਬਣਦਾ ਹੁੰਦਾ ਹੈਮੀਸਫੇਅਰ। ਜਿਹੜਾ ਆਹ ਪਾਰਟ ਹੈ ਇੱਕ ਸਰਕਲ ਹੀ ਤਾਂ ਹੈ। ਆਹ ਸਰਕਲ ਦਾ ਇੱਥੇ ਲਿਖਤਾ ਆਪਾਂ। ਪਤਾ ਲੱਗ ਗਿਆ? ਸਮਝੋ ਗੱਲ ਨੂੰ। ਆਹ ਇੱਕ ਹੈਮੀਸਫੇਅਰ ਹੈ। ਜੇ ਉਹ ਹੋਲੋ ਨਾ ਹੁੰਦਾ ਨਾ ਤਾਂ ਆਪਾਂ 3 ਪਾਈ ਆਰ ਸਕੁਅਰ ਲਾ ਦਿੰਦੇ, ਸਿੰਪਲ। ਪਰ ਇਹਦੇ 'ਚ ਰੇਡੀਅਸ 2 ਹੈ ਭਾਈ। ਠੀਕ ਹੈ। ਇੱਕ ਤਾਂ ਆ ਜਾਊਗਾ ਬਾਹਰਲਾ ਆਹ ਵਾਲਾ, ਇੱਕ ਆ ਜਾਊਗਾ ਅੰਦਰਲਾ ਆਹ ਵਾਲਾ, ਇੱਕ ਆ ਚੀਜ਼ ਸਰਕਲ ਹੈ, ਉਹਦਾ ਏਰੀਆ ਲਿਖਤਾ ਟੋਟਲ ਸਰਫੇਸ ਏਰੀਆ। ਕੱਢੋ ਇਹਨੂੰ।
ਮੈਂ ਕੀ ਕੀਤਾ, ਮੈਂ ਇਕੱਲੀ ਪਾਈ ਕਾਮਨ ਕੱਢ ਲਈ, ਇੱਥੋਂ ਪਾਈ ਕਾਮਨ ਕੱਢ ਲਈ, ਇੱਥੇ 2 ਵੱਡੀ ਆਰ 2 ਛੋਟੀ ਆਰ, ਇੱਥੇ ਆਰ ਸਕੁਅਰ ਮਾਈਨਸ ਆਰ ਸਕੁਅਰ ਬਚ ਗਿਆ, ਵੈਲਿਊ ਪੁੱਟ ਕੀਤੀ ਆ, 2 ਨਾਲ 2 ਕੱਟਤਾ, 196 ਗੁਣਾ 2 392 ਹੁੰਦਾ, ਆਹ ਚੀਜ਼ ਇੱਥੇ ਆ ਗਈ, ਇਹਦਾ ਐਲਸੀਐਮ ਲਿਆ 784 + 441/2 ਆ ਗਿਆ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਦਾ ਐਲਸੀਐਮ ਲੈ ਲਿਆ 784 ਆ ਗਿਆ, ਮਾਈਨਸ 441/4 ਸੀਗਾ, ਫਿਰ ਇਹਨਾਂ ਦੋਨਾਂ ਦਾ ਵੀ ਐਲਸੀਐਮ ਇੱਥੇ ਲਿਆ ਜਾਊਗਾ, ਪਤਾ ਲੱਗ ਗਿਆ। ਐਲਸੀਐਮ ਲੈ ਕੇ ਗੁਣਾ 22/7 ਹੋ ਗਿਆ, ਕਟਿੰਗ ਕੀਤੀ ਦਾ 2194 ਪੁਆਇੰਟ ਕੁਛ ਆਉਂਦਾ, ਇਹ ਆਪਣਾ ਆਨਸਰ ਹੈ। ਤੁਸੀਂ ਆਪਦੇ ਆਪ ਨੂੰ ਡਿਫਿਕਲਟੀ ਲੈਵਲ ਵੱਧ ਕਰ ਜਾਂਦੇ ਹੋ, ਜਿਹੜੀ ਚੀਜ਼ ਕਾਮਨ ਨਿਕਲਦੀ ਉਹਨੂੰ ਕੱਢ ਲਓ ਬਾਹਰ, ਆਹ ਠਿੱਠ ਕਰਨ ਵਾਲੀ ਚੀਜ਼ ਨੂੰ ਬਾਹਰ ਕੱਢੋ, ਠੀਕ ਹੈ। ਅਗਲੇ ਸਵਾਲ ਤੇ ਆਓ। ਵਾਹ ਨਾ ਵੀ ਕਿੰਨੀ ਦੀ ਹੈ? चौदह का क्यूब 196 गुणा 14, बोलियो ना आप पे करो। ਕੀਤਾ ਕਿਸੇ ਨੇ? ਲਗਭਗ ਤੁਸੀਂ ਕੈਲਕੂਲੇਸ਼ਨ ਹੀ ਗਲਤ ਕਰ ਰਹੇ ਹੋ, ਤਾਂ ਹੀ ਮੈਂ ਇਹ ਸਵਾਲ ਪੂਰੇ ਕਰਵਾ ਰਹੇ ਹਾਂ। ਕੀਤਾ ਕਿਸੇ ਨੇ? ਤੁਸੀਂ ਕਰ ਲਿਆ ਬੱਲਿਆ? ਕਰੋ ਛੇਤੀ। देखते हैं की है इन्हां दा टोटल सरफेस एरिया बराबर है। 10वें सवाल च सफेयर दा ते हैमीस्फेयर दा टोटल सरफेस एरिया बराबर है। उन्हां दी वॉल्यूम दे विचकार आपां रेशियो कढनी है। की कढनी है? रेशियो। हैमीस्फेयर दा टोटल सरफेस एरिया की सी? सिंपल 3 पाई आर स्क्वायर। सफेयर दा सीगा 4 पाई आर स्क्वायर। दोनों नूं रख लो बराबर ते रेडियस दी रेशियो आ जाऊगी। बड़ा सौखा सवाल है। सॉरी वॉल्यूम दी रेशियो आऊगी। बोलो ना यार, बोलो ना। आ गया सर। वॉल्यूम दी रेशियो कढनी है। इन्नी छेती किवें आ गया? कर इहनूं सही तरीके नाल। भाई यार अंदर इधर स्वेटर पीछे यार दूर चल कोई ना वो बन मारो। ਹੁਣ ਇੱਧਰ ਧਿਆਨ ਦਿਓ। ਆਪਾਂ ਨੂੰ ਨਾ ਵੋਲਿਊਮ 'ਚ ਉਹਨਾਂ ਨੇ ਰੇਸ਼ੀਓ ਪੁੱਛੀ ਹੈ। ਜੇ ਰੇਡੀਅਸ ਦੀ ਰੇਸ਼ੀਓ ਪੁੱਛੀ ਹੁੰਦੀ ਤਾਂ ਆਪਾਂ ਸਿੱਧਾ ਆਹ ਰੇਡੀਅਸ ਦੀ ਰੇਸ਼ੀਓ ਤਾਂ ਨਿਕਲੀ ਪਈ ਸੀ ਇੱਥੇ, ਸਿੱਧਾ ਕਹਿੰਦੇ ਜੀ 3:4। ਪਰ ਉਹਨਾਂ ਨੇ ਵੋਲਿਊਮ ਦੀ ਪੁੱਛ ਲਈ।
ਵੋਲਿਊਮ ਦੀ ਪੁੱਛ ਲਈ ਤਾਂ ਆਪਾਂ ਨੂੰ ਰੇਡੀਅਸ ਦੀ ਥਾਂ ਤੇ ਵੀ ਕੁਛ ਨਾ ਕੁਛ ਭਰਨਾ ਪਊਗਾ, ਤਾਂ ਕਰਕੇ ਆਪਾਂ ਨੇ ਰਿਲੇਸ਼ਨ ਫਾਈਂਡ ਕੀਤਾ। ਦੇਖੋ ਕਰਿਆ ਕੀ ਆਪਾਂ ਪਹਿਲਾਂ ਆਰਾਂ ਇੱਕ ਪਾਸੇ ਕਰ ਲਈਆਂ, ਠੀਕ ਹੈ, ਫਿਰ ਕੱਲੀ R2 ਚੱਕ ਲਈ ਇੱਥੇ ਲਿਆਂਦੀ, R1 ਨੂੰ ਇਹਦੇ ਨਾਲ ਗੁਣਾ ਕਰਤਾ, ਆ ਇੱਥੇ ਲਿਖਤਾ, ਜਿਹੜਾ 3 ਪਾਈ ਥੱਲੇ ਸੀ ਉਹ ਉਵੇਂ ਲਿਖਤਾ, ਪਾਈ ਨਾਲ ਪਾਈ ਕੱਟਿਆ ਗਿਆ, 4/3 R1 ਦਾ ਸਕੁਅਰ ਆ ਗਿਆ। ਜਦੋਂ ਕੱਲੀ R ਕੱਢਾਂਗੇ ਤਾਂ ਇਹਦਾ ਅੰਡਰ ਰੂਟ ਵੀ ਹੋਊਗਾ, 4 ਦਾ ਅੰਡਰ ਰੂਟ 2 ਹੁੰਦਾ ਹੈ, R ਇਹਦਾ ਸਕੁਅਰ ਕੱਟਿਆ ਜਾਊਗਾ, 3 ਦਾ ਅੰਡਰ ਰੂਟ 3 ਹੁੰਦਾ ਹੈ। ਹੁਣ ਤੁਸੀਂ ਕੀ ਕਰਨਾ, ਵੋਲਿਊਮ ਦਾ ਫਾਰਮੂਲਾ ਪੁੱਟ ਕਰਨਾ, ਇੱਥੇ ਐਂ ਕਰਕੇ ਦੇਖੋ 4/3 ਪਾਈ R1 ਦਾ ਕਿਊਬ, 4/3 ਪਾਈ R2 ਦਾ ਕਿਊਬ, ਵਿੱਚ ਵਿਚਾਲੇ ਪਾਉਣੀ ਹੈ ਰੇਸ਼ੀਓ। ਹੁਣ ਜਿੱਥੇ ਜਿੱਥੇ R2 ਹੈ ਇੱਥੇ ਤੁਸੀਂ ਆਹ ਚੀਜ਼ ਪੁੱਟ ਕਰੋਗੇ ਤੇ ਆਪਣਾ ਵੋਲਿਊਮ ਦਾ ਵੀ ਰੇਸ਼ੀਓ ਆ ਜਾਊਗਾ। ਪਾਈ ਨੂੰ ਪਾਈ ਰਹਿਣ ਦਿਓ, 4/3 ਨੂੰ 4/3 ਹੀ ਰਹਿਣ ਦਿਓ, ਛੇੜਛਾੜ ਕੋਈ ਨਹੀਂ ਕਰਨੀ, ਬਸ ਇਹਦੀ ਥਾਂ ਤੇ ਇੱਥੇ ਆਹ ਪੁੱਟ ਕਰ ਦਾਂਗੇ। ਦੇਖਦੇ ਹਾਂ ਕਰਕੇ, 4/3 ਪਾਈ R1 ਦਾ ਕਿਊਬ ਰੇਸ਼ੀਓ 4/3 ਪਾਈ 2R1/√3, 4/3 ਪਾਈ 4/3 ਪਾਈ ਕੱਟਿਆ ਗਿਆ, ਠੀਕ ਹੈ। ਇੱਕ R1 ਨਾਲ ਕੱਟਿਆ ਗਿਆ ਤੇ R1 ਨਾਲ ਕਿੰਨੀਆਂ ਬਚ ਗਈਆਂ, 2 ਬਚ ਗਈਆਂ, ਠੀਕ। ਹੁਣ R1 ਦਾ ਸਕੁਅਰ ਬਰਾਬਰ ਹੈ 2/√3 ਤੇ ਕੱਲੀ R1 ਕਿੰਨੀ ਆ ਜੂਗੀ, ਇਹਦਾ ਵੀ ਗਾਂ ਰੂਟ ਆ ਜੂਗੀ, ਠੀਕ ਹੈ। ਤੇ ਵੋਲਿਊਮ ਦਾ ਰਿਲੇਸ਼ਨ ਆਪਾਂ ਨੂੰ ਪਤਾ ਲੱਗ ਜੂਗਾ। ਚੈੱਕ ਕਰੋ ਕੀ ਆਉਂਦਾ ਰੇਸ਼ੀਓ 'ਚ, ਇਹਦੋਂ ਅੱਗੇ ਸੋਲਵ ਕਰੋ ਇਹਨੂੰ ਛੇਤੀ। ਸਵਾਲ ਸਮਝ ਆਇਆ ਕਿ ਨਹੀਂ ਆਇਆ? ਇਹਦਾ ਕਿਊਬ ਵੀ ਸੀਗਾ ਇੱਥੇ, ਧਿਆਨ ਰੱਖਿਓ ਭਾਈ, ਇਹਦਾ ਕਿਊਬ ਸੀ ਇੱਥੇ, ਇਹਦਾ ਕਿਊਬ ਸੀ। ਆਪਾਂ ਕੱਲੀ ਵੈਲਿਊ ਪੁੱਟ ਕੀਤੀ ਹੈ, ਦੁਬਾਰਾ ਦੇਖ ਲਓ ਕੀ ਕੀਤਾ ਆਪਾਂ। ਇੱਥੇ R1 ਦਾ ਕਿਊਬ ਹੀ ਹੈ, ਹਜੇ ਕੁਝ ਨਹੀਂ ਕੀਤਾ ਆਪਾਂ, ਹਜੇ 4/3 ਪਾਈ 4/3 ਪਾਈ ਕੱਟਿਆ। R2 ਦੀ ਥਾਂ ਤੇ ਮੈਂ ਆਹ ਭਰਤਾ, ਫਾਰਮੂਲੇ 'ਚ ਕਿਊਬ ਸੀ, ਕਿਊਬ ਲਾਤਾ, ਇੱਥੇ ਕਿਊਬ ਲਾਤਾ। ਹੁਣ ਇਹ ਤੋਂ ਬਾਅਦ ਦੇਖੋ ਕਿਹੜੀ ਕਟਿੰਗ ਹੁੰਦੀ ਹੈ। ਆਪਣੇ ਕੋਲੇ ਬਚਿਆ ਕੀ, ਆਪਣੇ ਕੋਲੇ ਬਚਿਆ R1 ਦਾ ਕਿਊਬ ਬਰਾਬਰ ਹੈ 2R1/√3 ਇਹਦਾ ਕਿਊਬ। ਇਹਦਾ ਹੁਣ ਤੁਸੀਂ ਕਿਊਬ ਇੱਥੇ ਕਰ ਹੀ ਲਓ। R1 ਦਾ ਕਿਊਬ ਬਰਾਬਰ 8, R1 ਦਾ ਕਿਊਬ ਬਰਾਬਰ ਇਹਦਾ ਆਊਗਾ 3√3, ਪਤਾ ਲੱਗ ਗਿਆ। √3 ਦਾ ਸਕੁਅਰ ਕਿੰਨਾ ਹੁੰਦਾ, ਇਕੱਲਾ 3, ਉਹਦਾ ਵੀ ਗਾਂ ਆਪਾਂ ਇੱਕ ਵਾਰੀ ਹੋਰ ਕੀਤਾ ਤਾਂ √3 ਨਾਲ ਲੱਗ ਗਿਆ। ਦੁਬਾਰੇ ਸਮਝਾਉਂਗਾ, ਟੈਨਸ਼ਨ ਨਹੀਂ ਲੈਣੀ, ਇਹ ਘੱਟ ਸਮਝ ਆਇਆ ਹੋਊਗਾ। ਹੁਣ ਇੱਥੇ ਕੱਟਿਆ ਗਿਆ ਆਹ ਤੇ ਆਹ, ਇੱਧਰ ਬਚ ਗਿਆ 1, ਇੱਧਰ ਬਚ ਗਿਆ 8/3√3, ਆ ਇੱਧਰ ਗੁਣਾ ਹੋ ਗਿਆ, ਰੇਸ਼ੀਓ ਆ ਗਈ 3√3 ਰੇਸ਼ੀਓ 8। ਪਤਾ ਲੱਗ ਗਿਆ। ਹੁਣ ਦੁਬਾਰਾ ਸਵਾਲ ਨੂੰ ਸਮਝਦੇ ਹਾਂ ਆਪਾਂ। ਇਹ ਸਵਾਲ ਵਧੀਆ,
ਰੇਡੀਅਸ ਕਿੰਨਾ ਆ ਗਿਆ ਵੱਡੇ ਦਾ? ਇੱਕ ਮਿੰਟ। बारह 12 ਹੀ ਆ ਗਿਆ। सर बारह 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 एक सौ इकतालीस। ਹਾਂ 12। ਇਹ 12 ਤੱਕ ਕਿਹਨੇ ਕਰ ਲਿਆ ਸੀ? ਚਲੋ ਦੇਖੋ ਪਹਿਲਾਂ 12 ਤੱਕ ਸਮਝੋ, ਅੱਗੇ ਦਾ ਕੰਮ ਜਿਵੇਂ ਜਵਾਕਾਂ ਵਾਲਾ ਹੀ ਹੈ। ਇੱਧਰ ਆ ਜਾਓ ਸਾਰੇ ਜਣੇ ਆ ਜਾਓ ਇੱਕ ਮਿੰਟ। R1 6 ਆ, R2 8 ਆ, R3 10 ਹੈ, ਠੀਕ ਹੈ। ਇਹਨਾਂ ਤਿੰਨਾਂ ਨੂੰ ਭੁਲਾ ਕੇ ਇੱਕ ਵੱਡਾ ਸਫੇਅਰ ਬਣਾਉਣਾ ਹੈ। ਤਾਂ ਇਹਦਾ ਅੰਡਰਸਟੂਡ ਹੈ ਵੀ ਤਿੰਨਾਂ ਦੀ ਵੋਲਿਊਮ ਦਾ ਜਿਹੜਾ ਪਲੱਸ ਹੈ ਉਹ ਵੱਡੇ ਦੀ ਵੋਲਿਊਮ ਦੇ ਬਰਾਬਰ ਹੋਊਗਾ। ਆਪਾਂ ਕੀ ਕਰਿਆ 4/3 ਪਾਈ ਕੱਢ ਲਿਆ ਕਾਮਨ, 6 ਦਾ ਕਿਊਬ ਪਲੱਸ 8 ਦਾ ਕਿਊਬ ਪਲੱਸ 10 ਦਾ ਕਿਊਬ ਲਿਖ ਲਿਆ, ਠੀਕ ਹੈ। 6 ਦਾ ਕਿਊਬ 216, 8 ਦਾ 512, 10 ਦਾ 1000, ਇਹਨਾਂ ਨੂੰ ਜੋੜਿਆ 1728 ਬਣ ਗਿਆ। ਉਧਰ 4/3 ਪਾਈ ਤੇ 4/3 ਪਾਈ ਕੱਟਿਆ ਗਿਆ ਨਾ ਬਰਾਬਰ ਦੱਸੋ। ਠੀਕ ਹੈ। ਤੇ R ਦਾ ਕਿਊਬ 1728 ਹੈ, ਇਹ ਹੁੰਦਾ ਹੈ 12 ਦਾ, ਰੇਡੀਅਸ ਆ ਗਿਆ 12। ਹੁਣ ਆਪਾਂ ਕੀ ਕਰਾਂਗੇ, ਉਹ ਕਹਿੰਦਾ ਇਹਦੀ ਵੋਲਿਊਮ ਲੱਭੋ। 4/3 ਗੁਣਾ ਪਾਈ ਗੁਣਾ 12 ਦਾ ਕਰ ਦਾਂਗੇ ਕਿਊਬ, ਜਿੰਨਾ ਵੀ ਆਨਸਰ ਆਊਗਾ ਉਹਦੀ ਵੋਲਿਊਮ ਹੋਊਗੀ। ਇਹ ਆਨਸਰ ਹੁਣ ਸੋਲਵ ਕਰਨ ਦੀ ਲੋੜ ਨਹੀਂ, ਠੀਕ ਹੈ। ਹੈ ਸਰਫੇਸ ਏਰੀਆ ਫਿਰ ਆਪਾਂ 4πr ਸਕੁਅਰ ਕਰ ਦਾਂਗੇ। ਹਾਂਜੀ ਸਰ। ਠੀਕ ਹੈ। ਫਿਰ ਆਪਾਂ 4πr ਦਾ ਸਕੁਅਰ ਕਰ ਦਾਂਗੇ, ਸਰਫੇਸ ਏਰੀਆ ਆ ਜਾਊਗਾ। ਅਗਲੇ ਤੇ ਆਉਣੇ, ਲਾਸਟ ਕੁਐਸਚਨ ਹੈ, ਬਹੁਤ ਵਧੀਆ ਕੁਐਸਚਨ ਹੈ। ਸਰਫੇਸ ਸਮਝ ਲਓ, ਕਹਿੰਦਾ ਸਰਫੇਸ ਏਰੀਆ 21% ਵਧਾ ਦਿੱਤਾ ਗਿਆ, ਸ਼ੇਪ ਨੂੰ ਨਹੀਂ ਛੇੜਿਆ, ਯਾਨੀ ਕਿ ਹੈ ਸਫੇਅਰ ਹੀ। ਕਹਿੰਦਾ ਦੱਸੋ ਹੁਣ ਰੇਡੀਅਸ ਕਿੰਨੇ % ਚੇਂਜ ਹੋਊਗਾ, ਰੇਡੀਅਸ ਕਿੰਨੇ % ਵਧੂਗਾ ਜਾਂ ਘਟੂਗਾ। ਇਹ ਹੋ ਜਾਊਗਾ। ਹਾਂਜੀ ਸਰ। ਕਿਵੇਂ ਕਰੋਗੇ ਕਰਕੇ ਦੇਖੋ, ਮੱਥਾ ਮਾਰੋ ਮੜਾ ਜਾ।